वह प्रगट्यो मर्द अगंबड़ा वरियाम अकेला वहा वहा गोबिंद सिंह आपे गुर चेला। परम सत्कारयोग गुरु प्यारी गुरु सवारी साध संगत जी, बड़े ही ਵੱਡੇ ਭਾਗਾਂ ਵਾਲੇ ਹਾਂ ਜਿਨ੍ਹਾਂ 'ਤੇ ਕਿ ਉਸ ਅਕਾਲ ਪੁਰਖ ਨੇ ਤਰਸ ਕਰਕੇ ਰੋਜ਼ਾਨਾ ਦੀ ਤਰ੍ਹਾਂ ਗੁਰੂ ਦੀ ਹਜ਼ੂਰੀ ਦੇ ਵਿੱਚ ਬੈਠ ਕਰਕੇ ਗੁਰਬਾਣੀ ਨੂੰ ਸ਼ਰਵਣ ਕਰਨ ਅਤੇ ਗੁਰ ਇਤਿਹਾਸ ਸੁਣਨ ਦਾ ਜੋ ਸੁਭਾਗਾ ਸਮਾਂ ਬਖਸ਼ਿਸ਼ ਕੀਤਾ ਹੈ। ਸੋ ਆਓ ਗੁਰ ਇਤਿਹਾਸ ਨਾਲ ਜੁੜਨ ਤੋਂ ਪਹਿਲਾਂ ਮੁਕੱਦਸ ਗੁਰੂ ਦੁਆਰਾ ਬਖਸ਼ੀ ਫਤਿਹ ਪ੍ਰਵਾਨੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ, ਉਹ ਮੁਕੱਦਸ ਧਰਤੀ, ਉਹ ਥਾਂ ਜਿਹੜੀ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਕੈਲੂਰ ਦੇ ਰਾਜੇ ਦੀ ਰਾਣੀ ਚੰਪਾ ਪਾਸੋਂ ਮੁੱਲ ਖਰੀਦ ਕੇ ਮਾਖੋਵਾਲ ਦੀ ਧਰਤੀ ਜੋ ਕਿ ਚੱਕ ਨਾਨਕੀ ਤੋਂ ਆਨੰਦਾ ਦੀ ਪੁਰੀ ਵਸਾਈ। ਅੱਜ ਉਹ ਦਿਨ ਹੈ 6 ਤੇ 7 ਦੀ ਪੋਹ ਦੀ ਰਾਤ, ਜਿਸ ਦਿਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਆਨੰਦਾਂ ਦੀ ਪੁਰੀ ਨੂੰ ਛੱਡਿਆ। ਗੁਰੂ ਕੇ ਮਹਿਲ ਗੁਰਦੁਆਰਾ ਭੋਰਾ ਸਾਹਿਬ ਜੋ ਕਿ ਅਨੰਦਪੁਰ ਸਾਹਿਬ ਦਾ ਮੂਲ ਰੂਪ ਸੀ, ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਪਿਤਾ ਗੁਰੂ ਤੇਗ ਬਹਾਦਰ ਜੀ ਦੇ ਪ੍ਰਥਾਏ ਜੋ ਲਫ਼ਜ਼ ਬਿਆਨ ਕੀਤੇ ਬਾਣੀ ਦੇ ਵਿੱਚ। ਸਤਿਗੁਰੂ ਪਾਤਸ਼ਾਹ ਜੀ ਬਚਨ ਕਰਦੇ ਨੇ, ਮਧੁਰ ਦੇਸ਼ ਹਮ ਕੋ ਲੈ ਆਏ ਭਾਂਤ ਭਾਂਤ ਦਈਨ ਦੁਲਰਾਏ। ਕਿ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਸ ਮਧੁਰ ਦੇਸ਼ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਮੈਨੂੰ ਲੈ ਆਏ, ਕਿ ਜਿੱਥੇ ਕਿ ਆ ਕੇ ਮੈਂ ਉਹਨਾਂ ਗੁਰੂ ਪਿਤਾ ਵੱਲੋਂ ਮੈਨੂੰ ਬਹੁਤ ਤਰ੍ਹਾਂ ਦੇ ਲਾਡ ਲਡਾਏ ਗਏ, ਸਿੱਖਿਆਵਾਂ ਦਿੱਤੀਆਂ ਗਈਆਂ, ਸ਼ਸਤਰ ਵਿੱਦਿਆ ਸਿਖਾਈ ਗਈ, ਤੇ ਜਿਸ ਦੀ ਪੁਸ਼ਟੀ ਬਾਬਾ ਰਵਿਦਾਸ ਜੀ ਨੇ ਬਾਣੀ ਦੇ ਵਿੱਚ ਕੀਤੀ। ਬੇਗਮਪੁਰਾ ਸ਼ਹਿਰ ਕੋ ਨਾਓ ਦੁੱਖ ਅੰਦੋ ਨਹੀਂ ਤੈ ਠਾਓ। ਵੀ ਜਿੱਥੇ ਵੀ ਕਿਸੇ ਵੀ ਪ੍ਰਕਾਰ ਦਾ ਦੁੱਖ ਨਾ ਹੋਵੇ, ਕੋਈ ਵੀ ਗਮ ਨਾ ਹੋਵੇ, ਜਿੱਥੇ ਗੁਰੂ ਪਿਤਾ ਜੀ ਨੇ ਆਪਣੇ ਜੀਵਨ ਦੇ ਲਗਭਗ 29-30 ਸਾਲ ਗੁਰੂ ਪਿਆਰਿਓ ਉਸ ਆਨੰਦਾਂ ਦੀ ਪੁਰੀ ਦੇ ਵਿੱਚ ਬਤੀਤ ਕੀਤੇ, ਤੇ ਨਾਲ ਹੀ ਜਿੱਥੇ ਗੁਰੂ ਪਾਤਸ਼ਾਹ ਜੀ ਨੇ ਖਾਲਸੇ ਪੰਥ ਦੀ ਸਿਰਜਣਾ ਕੀਤੀ। ਤੇ ਜਦੋਂ ਆਨੰਦਾਂ ਦੀ ਪੁਰੀ ਨੂੰ ਘੇਰਾ ਪਿਆ, ਉਸ ਦਾ ਜੋ ਸਮਾਂ ਸੀ ਲਗਭਗ 8 ਮਹੀਨੇ ਗੁਰੂ ਪਿਆਰਿਓ ਅਨੰਦਪੁਰ ਸਾਹਿਬ ਨੂੰ ਘੇਰਾ ਪਿਆ ਰਿਹਾ। ਘੇਰਾ ਪਾਉਣ ਵਾਲਿਆਂ ਦੀ ਫੌਜ, ਉਹਨਾਂ ਦੀ ਗਿਣਤੀ ਦਾ ਕਿਸੇ ਵੀ ਗ੍ਰੰਥ ਦੇ ਵਿੱਚ ਕਿਤੇ ਵੀ ਜ਼ਿਕਰ ਨਹੀਂ ਕੀਤਾ ਗਿਆ, ਪਰ ਗਿਆਨੀ ਗਿਆਨ ਸਿੰਘ ਜੀ ਉਹ ਕਹਿੰਦੇ ਨੇ ਕਿ ਮੈਂ ਅੰਦਾਜ਼ਾ ਲਗਾ ਕੇ ਦੱਸ ਸਕਦਾ ਕਿ ਜੋ ਕਿਲੇ ਨੂੰ ਘੇਰਾ ਪਿਆ ਹੋਇਆ ਸੀ ਉਸ ਵਿੱਚ ਇਤਨੀ ਕੁ ਫੌਜ ਸੀ ਕਿ ਗੁਰੂ ਪਿਆਰਿਓ ਜੇਕਰ ਫੌਜ ਦਾ ਕੱਲਾ ਕੱਲਾ ਸਿਪਾਹੀ ਇੱਕ ਇੱਕ ਮੁੱਠ ਭਰ ਕੇ ਮਿੱਟੀ ਦੀ ਆਨੰਦਪੁਰ ਵੱਲ ਨੂੰ ਸੁੱਟਦਾ, ਤੇ ਆਨੰਦਪੁਰ ਦੀ ਥਾਂ ਕਿਲਿਆਂ ਪਹਾੜੀਆਂ ਸਮੇਤ ਆਨੰਦਪੁਰ ਦੀ ਧਰਤੀ ਨੂੰ ਪੂਰਿਆ ਜਾ ਸਕਦਾ ਸੀ। ਇੰਨੀ ਗੁਰੂ ਪਿਆਰਿਓ ਅੱਜ ਅਸੀਂ ਸਹਿਜ ਸੁਭਾਏ ਇਹ ਆਖ ਦਿੰਦੇ ਹਾਂ ਕਿ ਗੁਰੂ ਪਾਤਸ਼ਾਹ ਜੀ ਨੇ ਜੋ ਕਿਲ੍ਹਾ ਛੱਡਿਆ, ਉਹਨਾਂ ਪਹਾੜੀ ਰਾਜਿਆਂ ਦੁਆਰਾ ਖਾਧੀਆਂ ਹੋਈਆਂ ਝੂਠੀਆਂ ਕਸਮਾਂ ਨੂੰ, ਉਹਨਾਂ ਨੂੰ ਮੁੱਖ ਰੱਖਦੇ ਹੋਏ ਗੁਰੂ ਪਿਤਾ ਜੀ ਨੇ ਇਹ ਕਿਲ੍ਹਾ ਛੱਡਿਆ ਕਿਉਂਕਿ ਇਹਨਾਂ ਨਾਲ ਧੋਖਾ ਕੀਤਾ ਗਿਆ। ਨਹੀਂ ਗੁਰੂ ਪਿਆਰਿਓ, ਇਹ ਸਰਾਸਰ ਸਾਡੇ ਲਈ ਗਲਤ ਹੈ, ਕਿਉਂਕਿ ਅਕਾਲ ਪੁਰਖ ਅਛਲ ਹੈ, ਉਸ ਨੂੰ ਛਲਿਆ ਨਹੀਂ ਜਾ ਸਕਦਾ। ਇਸੇ ਪ੍ਰਕਾਰ ਜਿਹੜਾ ਗੁਰੂ ਹੈ ਉਹ ਸਮਰੱਥ ਹੈ, ਉਹਨਾਂ ਨਾਲ ਧੋਖਾ ਨਹੀਂ ਕੀਤਾ ਜਾ ਸਕਦਾ।
6 ਤੇ 7 ਪੋਹ ਦੀ ਰਾਤ ਜਦੋਂ ਗੁਰੂ ਪਿਤਾ ਜੀ ਨੇ ਕਿਲ੍ਹਾ ਛੱਡਿਆ ਤਾਂ ਉਸ ਤੋਂ ਪਹਿਲਾਂ ਸਿੰਘਾਂ ਸਮੇਤ, ਸਾਹਿਬਜ਼ਾਦਿਆਂ ਸਮੇਤ ਤੇ ਮਾਤਾ ਜੀ ਸਮੇਤ ਸਾਰੇ ਹੀ ਪਰਿਵਾਰ, ਸਾਰੇ ਹੀ ਮਹਿਲਾਂ ਸਮੇਤ ਉਸ ਥਾਂ ਨੂੰ ਨਤਮਸਤਕ ਹੋਏ ਜਿੱਥੇ ਪਿਤਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸੀਸ ਦਾ ਜਿਹੜਾ ਖੂਨ ਡੁੱਲਿਆ, ਗੁਰਦੁਆਰਾ ਸ਼ੀਸ਼ਗੰਜ ਸਾਹਿਬ ਅਕਾਲ ਬੁੰਗਾ ਵਿਖੇ। ਤੇ ਉੱਥੇ ਬਾਬਾ ਗੁਰਬਖਸ਼ ਉਦਾਸੀ ਨਾਂ ਦੇ ਜਿਹੜੇ ਸੇਵਕ ਉੱਥੇ ਦੇ, ਉਹਨਾਂ ਨੂੰ ਸਹਿਜ ਸੁਭਾਏ ਇਹ ਬਚਨ ਕੀਤੇ ਵੀ ਅੱਜ ਤੋਂ ਬਾਅਦ ਤੁਸੀਂ ਇੱਥੇ ਦੀ ਸੇਵਾ ਆਪ ਸੰਭਾਲਣੀ ਹੈ, ਤੇ ਨਾਲ ਹੀ ਬਚਨ ਕੀਤੇ ਕਿ ਦੀਵਾ ਬੱਤੀ ਵੀ ਆਪ ਕਰਨੀ ਹੈ। ਹੁਣ ਗੁਰੂ ਪਿਆਰਿਓ, ਦੀਵਾ ਬੱਤੀ ਤੋਂ ਕਈ ਸ਼ੰਕਾ ਜਿਹੜੇ ਮਨ ਦੇ ਵਿੱਚ ਪੈਦਾ ਹੁੰਦੇ ਨੇ ਕਿ ਦੀਵਾ ਬੱਤੀ ਕਰਨਾ ਤਾਂ ਮਣੀ ਮਸਾਣ ਨੂੰ ਪੂਜਣਾ ਨਹੀਂ। ਸਾਧ ਸੰਗਤ, ਦੀਵਾ ਬੱਤੀ ਤੋਂ ਭਾਵ ਕਿ ਅਣਖ ਦੀ ਨਿਸ਼ਾਨੀ ਕਾਇਮ ਰਵੇ, ਉਹਨਾਂ ਸ਼ਹੀਦਾਂ ਦੀ ਅਣਖ ਦੀ ਨਿਸ਼ਾਨੀ ਕਾਇਮ ਰਵੇ ਜਿਨ੍ਹਾਂ ਨੇ ਸਾਡੇ ਲਈ ਸ਼ਹਾਦਤਾਂ ਦਿੱਤੀਆਂ, ਤੇ ਉਸ ਰੋਸ਼ਨੀ ਤੋਂ ਚਾਨਣ ਮੁਨਾਰਾ ਲੈ ਕੇ ਜਿਹੜੀ ਆਉਣ ਵਾਲੀ ਪੀੜ੍ਹੀਆਂ ਨੂੰ ਸਿੱਖਿਆ ਦਿੱਤੀ ਜਾ ਸਕੇ, ਉਹ ਕੁਝ ਸਿੱਖਿਆ ਪ੍ਰਾਪਤ ਕਰ ਸਕਣ। ਇਸੇ ਪ੍ਰਕਾਰ ਗੁਰੂ ਪਿਆਰਿਓ, ਸਤਿਗੁਰੂ ਪਾਤਸ਼ਾਹ ਨੇ ਜੋ ਕਿਲ੍ਹਾ ਛੱਡਣ ਦਾ ਫੈਸਲਾ ਲਿੱਤਾ ਤੇ ਜੋ ਅਗਲੇ ਪੈਂਡੇ ਲਈ ਰਵਾਨਾ ਹੋਏ, ਅੱਗੋਂ ਗੁਰੂ ਪਿਆਰਿਓ ਰੋਪੜ ਦੀ ਫੌਜ, ਰੋਪੜ, ਰੰਗੜਾ, ਜਿਹੜੇ ਮਲੇਰਕੋਟਲੇ ਦੀ ਫੌਜ, ਤੇ ਪਿੱਛੋਂ ਜਿਹੜੇ ਪਹਾੜੀ ਰਾਜੇ ਚੜ੍ਹ ਕੇ ਆ ਰਹੇ ਨੇ, ਤੇ ਉੱਧਰ ਟਿੱਬੀ ਸਾਹਿਬ ਜਿੱਥੇ ਅੱਜ ਗੁਰਦੁਆਰਾ ਹੈ, ਉੱਧਰ ਵੀ ਘਮਸਾਨ ਦਾ ਯੁੱਧ ਹੋ ਰਿਹਾ ਹੈ। ਤੇ ਨਾਲ ਹੀ ਗੁਰੂ ਪਿਆਰਿਓ, ਇੱਥੇ ਇਹ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈ ਕਿ ਝੱਖੀਆ ਪਿੰਡ ਵਿਖੇ, ਝੱਖੀਆ ਪਿੰਡ ਦੀ ਜੋ ਵਿਖੇ ਬਾਬਾ ਜੀਵਨ ਸਿੰਘ, ਜਿਨ੍ਹਾਂ ਦਾ ਕਿ ਜਿਹੜੇ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਸੀਸ ਹੈ ਦਿੱਲੀ ਤੋਂ ਅਨੰਦਪੁਰ ਸਾਹਿਬ ਵਿਖੇ ਲੈ ਕੇ ਆਏ, ਇਹਨਾਂ ਦਾ ਵੀ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈ ਕਿ ਐਸੇ ਮਹਾਨ ਯੋਧੇ, ਸੂਰਬੀਰ, ਜਿਨ੍ਹਾਂ ਨੇ ਕਿ ਗੁਰੂ ਪਿਆਰਿਓ 9 ਘੰਟੇ ਲਗਾਤਾਰ 9 ਘੰਟੇ ਆਪਣੇ ਦੋਨਾਂ ਹੱਥਾਂ ਨਾਲ ਸ਼ਮਸ਼ੀਰਾਂ ਨੂੰ, ਤੇਗ ਨੂੰ ਵਾਹਿਆ ਤੇ ਉੱਥੇ ਸ਼ਹਾਦਤ ਪ੍ਰਾਪਤ ਕੀਤੀ ਗੁਰੂ ਪਿਆਰਿਓ। ਕਿਉਂਕਿ ਗੁਰੂ ਪਿਆਰਿਓ, ਜਦੋਂ ਸਤਿਗੁਰੂ ਪਾਤਸ਼ਾਹ ਜੀ ਨੇ ਕਿਲ੍ਹਾ ਛੱਡਿਆ ਤਾਂ ਉੱਥੋਂ ਦੇ ਜਿਹੜੇ ਸੰਗਤਾਂ ਨੇ ਗੁਰੂ ਪਾਤਸ਼ਾਹ ਜੀ ਨੂੰ ਪੁੱਛ ਕੀਤੀ ਕਿ ਪਾਤਸ਼ਾਹ ਜੀ, ਹੁਣ ਤੁਸੀਂ ਕਦੋਂ ਵਾਪਸ ਫੇਰਾ ਪਾਉਣਾ ਹੈ? ਤੇ ਸਤਿਗੁਰੂ ਪਾਤਸ਼ਾਹ ਜੀ ਨੇ ਉਹਨਾਂ ਨੂੰ ਇਹੀ ਬਚਨ ਕੀਤੇ ਉੱਥੇ ਦੀ ਸੰਗਤ ਨੂੰ, ਵਸਦੀ ਰਹਿਣੀ ਅਨੰਦਪੁਰੀਏ, ਅਸੀਂ ਮੁੜ ਫੇਰਾ ਨਹੀਂ ਪਾਉਣਾ। ਕਿਉਂਕਿ ਸਾਧ ਸੰਗਤ, ਜੇਕਰ ਗੁਰੂ ਪਾਤਸ਼ਾਹ ਜੀ ਪਟਨਾ ਗਏ, ਉੱਥੋਂ ਵਾਪਸ ਨਹੀਂ ਪਰਤੇ, ਜੇਕਰ ਪਾਉਂਟਾ ਸਾਹਿਬ ਵਿਖੇ ਗਏ, ਉੱਥੇ ਵਾਪਸ ਨਹੀਂ ਆਏ, ਤੇ ਇਸੇ ਪ੍ਰਕਾਰ ਜੇਕਰ ਅਨੰਦਪੁਰ ਨੂੰ ਛੱਡ ਕੇ ਗਏ ਤਾਂ ਇੱਥੇ ਕਦੇ ਵੀ ਫੇਰ ਵਾਪਸ ਨਹੀਂ ਪਰਤੇ। ਸੋ ਗੁਰੂ ਪਿਆਰਿਓ, ਇਹ ਜੋ ਤੁਹਾਡੇ ਸਾਹਮਣੇ ਮੈਂ ਅੱਜ ਦੀ ਸ਼ਹਾਦਤ, ਅੱਜ ਦਾ ਜੋ ਵਰਤਾਂਤ ਇਤਿਹਾਸ ਦਾ ਰੱਖਿਆ ਵੀ ਕਿਲ੍ਹਾ ਛੱਡਣ ਤੋਂ ਲੈ ਕੇ ਜਿਹੜੀ ਸਰਸਾ ਨਦੀ ਤੱਕ, ਵੀ ਅੱਗੇ ਜਿਹੜਾ ਕਿ ਸਰਸਾ ਨਦੀ 'ਤੇ ਜਾ ਕੇ ਜਿਹੜਾ ਵਿਛੋੜਾ ਹੁੰਦਾ ਹੈ, ਇਸੇ ਪ੍ਰਕਾਰ ਗੁਰੂ ਪਿਆਰਿਓ, ਜਿਵੇਂ ਕਿ ਸਮੇਂ ਦੇ ਮੁਤਾਬਿਕ ਗੁਰੂ ਪਾਤਸ਼ਾਹ ਜੀ, ਜਿਹੜਾ ਵੀ ਉਹਨਾਂ ਨਾਲ ਜੋ ਕੁਛ ਹੋਇਆ, ਉਹ ਅਗਲਿਆਂ ਦੀਵਾਨਾਂ ਦੇ ਅੰਦਰ ਵਿਚਾਰ ਕੀਤੀ ਜਾਵੇਗੀ। ਸੋ ਭੁੱਲ ਗਲਤੀ ਲਈ ਖਿਮਾ, ਗੁਰੂ ਤੇ ਗੁਰੂ ਦੀ ਸੰਗਤ ਬਖਸ਼ਣਯੋਗ ਹੈ, ਬਖਸ਼ ਲੈਣਾ ਜੀ। ਪ੍ਰਵਾਨੋ ਜੀ, ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।